ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਇਆਂ ਨੂੰ ਚੜ੍ਹਦੀ ਕਲਾ ਜੀ। हाँ जी रात दियां ही सोशल मीडिया के उपर खबरां जिहड़ियां मिल गईयां सन क्योंकि बड़ी वड्डी शख्सियत सी। कहा जांदा सी कि राणी कोल अपना पासपोर्ट नहीं सी, ਵੱਖ-ਵੱਖ ਜਿਹੜੇ ਦੇਸ਼ਾਂ ਦੇ ਵਿੱਚ ਦੌਰਾ ਕਰਦੇ ਸੀ ਬਿਨਾਂ ਪਾਸਪੋਰਟ ਤੋਂ ਕਰਦੇ ਸੀ। 14 ਜਿਹੜੇ ਦੇਸ਼ 13 ਤੋਂ ਲੈ ਕੇ 14 ਦੇਸ਼ ਉਹਨਾਂ ਦੀ ਫਿਲਹਾਲ ਵੀ ਅਧੀਨਗੀ ਜਿਹੜੀ ਪ੍ਰਵਾਨ ਕਰਦੇ ਸਨ। ਉਹਦੇ ਵਿੱਚ ਜਿਵੇਂ ਅਸੀਂ ਗੱਲ ਕਰ ਸਕਦੇ ਹਾਂ ਕੈਨੇਡਾ, ਆਸਟ੍ਰੇਲੀਆ, न्यूजीलैंड के वड्डे देशों तो लेके होर छोटे देश जिन्होंने कोल अपना कोई राष्ट्रपति नहीं और राणी की जिहड़ी अधीनगी स्वीकार करते सन। क्योंकि जदों असीं देखिया साडे भारती मूल के लोग जदों सिटीजनशिप लैंदे ने तो उस वेले जिहड़ी सौं है वो राणी की खानी पैंदी सी कि मैं राणी के प्रति वफादार रहांगा। ਭਾਰਤ ਦੇ ਵਿੱਚ ਵੀ ਆਉਂਦੇ ਨੇ ਤੇ ਉਹਨਾਂ ਦਾ ਆਪਣਾ ਹੀ ਇੱਕ ਦਬਦਬਾ ਸੰਸਾਰ ਦੇ ਵਿੱਚ ਰਿਹਾ ਕਿਉਂਕਿ ਬ੍ਰਿਟੇਨ ਦਾ ਇੱਕ ਆਪਣਾ ਸਿਸਟਮ ਸੀ। ਪਰ ਬੜੀਆਂ ਜਿਵੇਂ ਕਹਿੰਦੇ ਆ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਜਿੱਥੇ ਰਾਣੀ ਨੇ ਇੰਨਾ ਸੁੱਖ ਸੁਵਿਧਾ ਮਾਣੀ ਆ ਉੱਥੇ ਆਰਥਿਕ ਹਾਲਾਤਾਂ ਦੇ ਵਿੱਚੋਂ ਤੰਗੀਆਂ ਚੋਂ ਵੀ ਨਿਕਲੇ ਨੇ। ਜੇ ਉਹ ਰਸ਼ੀਆ ਤੇ ਜਿਹੜਾ US ਦਾ ਕੋਲਡ ਵਾਰ ਸੀ ਉਸ ਦੇ ਵਿੱਚ ਇੰਗਲੈਂਡ ਦੀ ਕੀ ਸਥਿਤੀ ਸੀ ਉਹਦੇ ਵਿੱਚ ਜਿਹੜੀਆਂ ਹਾਨੀਆਂ ਹੋਈਆਂ ਨੇ। ਪਹਿਲਾ ਯੁੱਧ ਦੂਸਰੇ ਯੁੱਧ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਇੰਗਲੈਂਡ ਨੂੰ ਬੜਾ ਜਿਹੜਾ ਖਮਿਆਜਾ ਉਹਨਾਂ ਦਾ ਵੀ ਭੁਗਤਣਾ ਪਿਆ। ਇੰਨੇ ਅਜਿਹੇ ਹਾਲਾਤਾਂ ਦੇ ਵਿੱਚੋਂ ਵੀ ਸਥਿਰ ਹੁੰਦੇ ਹੋਏ ਬਾਅਦ ਦੇ ਵਿੱਚ ਜਿੱਥੇ ਇੱਕ ਯੂਰਪੀਅਨ ਸੰਘ ਦੇ ਵਿੱਚੋਂ ਵੀ ਬ੍ਰਿਟੇਨ ਬਾਹਰ ਨਿਕਲ ਜਾਂਦਾ ਸਾਰਾ ਕੁਝ ਵੇਖਦੇ ਹੋਏ ਉਹ ਸਥਿਰ ਰਹਿੰਦੇ ਨੇ, ਸ਼ਾਂਤ ਰਹਿੰਦੇ ਨੇ। ਉਹਨਾਂ ਦੀ ਆਪਣੀ ਇੱਕ ਸ਼ਖਸੀਅਤ ਸੀ ਤੇ ਉਹਨਾਂ ਨੂੰ ਐਜ਼ ਏ ਪਰਸਨੈਲਿਟੀ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਬਲ ਸਾਹਿਬ ਜਿਹੜੀ ਤੁਸੀਂ ਗੱਲ ਪੂਰੀ ਪਹਿਲਾਂ ਤੁਸੀਂ ਵਿਸਥਾਰ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਿਆ। ਇਹ ਗੱਲ ਸਾਫ਼ ਹੈ ਕਿ ਭਾਰਤ ਵੀ ਲਗਭਗ 200 ਸਾਲ ਜਿਹੜਾ ਸੀ ਉਹ ਬ੍ਰਿਟਿਸ਼ ਦੇ ਅਧੀਨ ਰਿਹਾ, ਬਸਤੀ ਰਿਹਾ ਬ੍ਰਿਟਿਸ਼ ਦੀ। ਤੇ ਜਿਹਦੇ ਚ ਪੰਜਾਬ ਜਿਹੜਾ ਮੌਜੂਦਾ ਜਿਹੜਾ ਹੁਣ ਪੰਜਾਬ ਹੈ ਤੇ ਉਹ ਵੀ ਜਿਹੜਾ ਹੈ 100 ਸਾਲ ਜਿਹੜਾ ਹੈ ਉਹ ਬ੍ਰਿਟਿਸ਼ ਦੀ ਆਬਾਦੀ ਰਿਹਾ। ਸੋ ਉਸ ਦੇ ਸਮੇਂ ਦੇ ਦੌਰਾਨ ਬਹੁਤ ਕੁਝ ਜਿਹੜਾ ਹੈ ਵਾਪਰਿਆ ਉੱਥੇ। ਇਸ ਸਾਰੇ ਸਮੇਂ ਦੇ ਦੌਰਾਨ ਜਿਹੜਾ ਸੀ ਇੰਗਲੈਂਡ ਦੇ ਵਿੱਚ ਵੀ ਜਾਂ ਆਪਾਂ ਕਹਿ ਲਈਏ ਕਿ ਬਰਤਾਨੀਆ ਦੇ ਵਿੱਚ ਵੀ ਹੌਲੀ ਹੌਲੀ ਜਿਹੜਾ ਕਰਾਊਨ ਤੋਂ ਜਿਹੜਾ ਬਦਲਦਾ ਜਿਹੜਾ ਸਿਸਟਮ ਉੱਥੇ ਕਿ ਇੱਕ ਡੈਮੋਕ੍ਰੇਸੀ ਵਾਲਾ ਸਿਸਟਮ ਬਣਿਆ ਇਸ ਸਾਰੇ ਸਮੇਂ ਦੇ ਦੌਰਾਨ। ਜੇ ਆਪਾਂ ਜਿਹੜੇ ਕੁਈਨ ਐਲਿਜ਼ਾਬੈਥ ਸੈਕੰਡ ਨੇ ਜਾਂ ਜਿਨ੍ਹਾਂ ਨੂੰ ਆਪਾਂ ਮਹਾਰਾਣੀ ਐਲਿਜ਼ਾਬੈਥ ਦੋਇਮ ਜਾਂ ਦੂਜੇ ਕਹਿੰਦੇ ਆ ਤੇ ਉਹਨਾਂ ਨੇ 1952 ਦੇ ਵਿੱਚ ਜਿਹੜਾ ਸੀਗਾ ਇਹ ਉਹਨਾਂ ਨੂੰ ਜਿਹੜਾ ਕਰਾਊਨ ਜਿਹੜਾ ਸੀ ਉਹ ਹਾਸਲ ਹੋਇਆ। ਤਾਜਪੋਸ਼ੀ ਕਹਿ ਲਓ। ਤੇ ਲੰਬਾ ਸਮਾਂ ਜਿਹੜਾ ਸੀ ਉਹਨਾਂ ਨੇ ਇਹ ਸਾਰਾ ਇਹ ਸਰਪ੍ਰਸਤੀ ਕੀਤੀ ਜਾਂ ਕੁਝ ਵੀ ਆਪਾਂ ਕਹਿ ਸਕਦੇ ਹਾਂ ਜਿਹਦਾ, ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਗਲੈਂਡ ਦੇ ਵਿੱਚ ਹਾਲਾਂਕਿ ਉੱਥੇ ਚੁਣੀ ਹੋਈ ਪਾਰਲੀਮੈਂਟ ਆਉਂਦੀ ਹੈ, ਸਾਰਾ ਕੁਝ ਹੁੰਦਾ ਹੈ। ਇਹਦੇ ਬਾਵਜੂਦ ਵੀ ਜਿਵੇਂ ਸਾਡੇ ਰਾਸ਼ਟਰਪਤੀ ਦੇ ਨਾਂ ਤੇ ਸਾਰਾ ਕੁਝ ਹੁੰਦਾ ਹੈ ਉੱਥੇ ਮਹਾਰਾਣੀ ਦੇ ਨਾਂ ਤੇ ਜਾਂ ਕਰਾਊਨ ਦੇ ਨਾਂ ਤੇ ਹੁੰਦਾ। ਕਿਸੇ ਵੇਲੇ ਜਾਰਜ ਦੇ ਨਾਂ ਤੇ ਹੁੰਦਾ ਸੀ, ਕਿਸੇ ਵੇਲੇ ਐਡਵਰਡ ਦੇ ਨਾਂ ਤੇ ਹੁੰਦਾ ਸੀ। ਤੇ ਹੁਣ ਜਿਹੜਾ ਸੀ ਉਹ ਸਾਰਾ ਕੁਝ ਕਿਉਂਕਿ ਲੰਬੇ ਸਮੇਂ ਤੋਂ ਜਦੋਂ ਸਾਡੇ ਕਿਉਂਕਿ ਸਾਡਾ ਸਾਰਿਆਂ ਦਾ ਜਨਮ ਉਸ ਤੋਂ ਬਾਅਦ ਦੇ ਵਿੱਚ ਹੋਇਆ, ਉਸ ਵੇਲੇ ਉਹ ਮਹਾਰਾਣੀ ਸੀਗੇ। ਤੇ ਕੁਦਰਤੀ ਇਹ ਹੈ ਕਿ 1952 ਦੇ ਵਿੱਚ ਜਦੋਂ ਉਹ ਉਹਨਾਂ ਨੂੰ ਜਿਹੜਾ ਹੈ ਕਰਾਊਨ ਜਿਹੜਾ ਉਹਨਾਂ ਦੇ ਸਿਰ ਤੇ ਜਿਹੜਾ ਹੈਗਾ ਤਾਜਪੋਸ਼ੀ ਹੁੰਦੀ ਹੈ ਜਾਂ ਤਾਜ ਵੱਜਦਾ ਤੇ ਉਦੋਂ ਮਿਸਟਰ ਚਰਚਲ ਜੋ ਬੜੇ ਮਜ਼ਬੂਤ ਜਿਹੜੇ ਮੰਨੇ ਗਏ ਨੇ ਦੁਨੀਆ ਦੇ ਵਿੱਚ ਲੀਡਰ ਮੰਨੇ ਗਏ ਨੇ ਉਦੋਂ ਉਹ ਪ੍ਰਧਾਨ ਮੰਤਰੀ ਸੀ। ਤੇ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਜਿਹੜਾ ਹੁਣ ਲਿਜ਼ ਟਰੱਸ ਤੱਕ ਲਗਭਗ ਜਿਹੜੇ 15 ਪ੍ਰਧਾਨ ਮੰਤਰੀ ਆ ਜਿਹੜੇ ਤੇ ਉਹ ਤੱਕ ਪਹਿਲਾਂ ਹੀ ਹਾਂ। ਤੇ ਹੁਣ ਕੱਲ ਇਹ ਵੀ ਇੱਕ ਕਮੈਂਟ ਮੈਂ ਦੇਖਿਆ ਉਹ ਆ ਰਿਹਾ ਸੀ ਵੀ ਸ਼ਾਇਦ ਉਹ ਲਿਜ਼ ਟਰੱਸ ਦੀ ਜਿਹੜਾ ਹੈ ਉਹ ਪ੍ਰਵਾਨ ਉਡੀਕ ਹੀ ਕਰ ਰਹੇ ਸੀ ਕਿ ਮੈਂ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਨਿਯੁਕਤੀ ਦੇਣੀ ਹੈ ਤੇ ਉਸ ਤੋਂ ਬਾਅਦ ਜਿਹੜੇ ਸੀ ਉਹ ਅੱਖਾਂ ਆਪਣੀਆਂ ਮੀਟ ਗਏ। ਤੇ ਜਿੱਥੋਂ ਤੱਕ ਦੇਖੋ ਬਰਤਾਨੀਆ ਦਾ ਭਾਰਤ ਦੇ ਨਾਲ ਸੰਬੰਧ ਰਿਹਾ, ਕਈ ਮਿੱਠੇ ਕੌੜੇ ਤਜਰਬੇ ਰਹੇ ਆ। ਅਸੀਂ ਹੁਣ ਤੱਕ ਹੁਣੇ ਅਸੀਂ ਆਪਣੀ ਆਜ਼ਾਦੀ ਦਾ 75 ਸਾਲਾ ਮਨਾ ਕੇ ਹਟੇ ਹਾਂ, ਵੱਖ-ਵੱਖ ਪਲੇਟਫਾਰਮ ਤੇ ਜਿਹੜੀ ਇਹ ਗੱਲ ਚੱਲਦੀ ਹੈ। ਤੇ ਸਾਡੇ ਪ੍ਰਧਾਨ ਮੰਤਰੀ ਅਜੇ ਕੱਲ ਹੀ ਕਹਿ ਕੇ ਹਟਿਆ ਕਿ ਅਸੀਂ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਨੇ ਜਿਹੜੀਆਂ ਉਹ ਜਿਹੜੀਆਂ ਬਸਤੀਵਾਦ ਦੀਆਂ ਜਾਂ ਕਲੋਨੀ ਦੀਆਂ ਉਹ ਬਦਲ ਦੇਣੀਆਂ ਨੇ ਜਾਂ ਹੋਰ ਇਸ ਕਿਸਮ ਦੀ ਜਿਹੜੀ ਗੱਲ ਜਿਹੜੀ ਕਰ ਰਹੇ ਆ। ਤੇ ਦੂਜੇ ਪਾਸੇ ਕਿਉਂਕਿ ਹਰ ਤਰ੍ਹਾਂ ਦੇ ਸੰਬੰਧ ਹੁੰਦੇ ਨੇ, ਬੰਦੇ ਦੀ ਪਰਸਨੈਲਿਟੀ ਦੇ ਕਈ ਪਹਿਲੂ ਹੁੰਦੇ ਨੇ ਤੇ ਦੋ ਪਹਿਲੂ ਜਿਹੜੇ ਆਪਾਂ ਆਮ ਕਹਿੰਦੇ ਆ ਕਿ ਹਰੇਕ ਪਰਸਨੈਲਿਟੀ ਦੇ ਜਿਹੜੇ ਦੋ ਪਹਿਲੂ ਹੁੰਦੇ ਆ, ਸਿੱਕੇ ਦੇ ਦੋ ਪਹਿਲੂ ਹੁੰਦੇ ਨੇ। ਤੇ ਉਹਦੇ ਵਿੱਚ ਦੇਖੋ ਜਿੱਥੋਂ ਤੱਕ ਤਾਂ ਪਹਿਲਾਂ ਜਿਹੜਾ ਹਾਲਾਤ ਸੀ ਜਿਸ ਤਰ੍ਹਾਂ ਪੂਰੀ ਦੁਨੀਆ ਕਿਸੇ ਵੇਲੇ ਕਹਿ ਰਹੇ ਸੀ ਕਿ ਬਰਤਾਨੀਆ ਦਾ ਇੰਨਾ ਦਬਦਬਾ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਕਿਤੇ ਵੀ ਸਾਮਰਾਜ ਦੇ ਵਿੱਚ ਸੂਰਜ ਨਹੀਂ ਸੀ ਛੁਪਦਾ।
ਤੇ ਹੌਲੀ ਹੌਲੀ ਜਿਹੜਾ ਇੱਕ ਜਿਹੜਾ ਇਹ ਮੋਨਾਰਕ ਦਾ ਜਿਹੜਾ ਇੱਕ ਸੀ ਹੌਲੀ ਹੌਲੀ ਬਦਲਣਾ ਸ਼ੁਰੂ ਹੋਇਆ। ਪਰ ਕੈਨੇਡਾ ਵਰਗੇ ਤੁਸੀਂ ਖੁਦ ਹੀ ਦੱਸਿਆ ਕਿ ਐਡੇ ਵੱਡੇ ਵਿਕਸਿਤ ਦੇਸ਼ ਨਿਊਜ਼ੀਲੈਂਡ ਵਰਗੇ ਉਹ ਅਜੇ ਵੀ ਮਹਾਰਾਣੀ ਦੇ ਨਾਂ ਤੇ ਜਿਹੜਾ ਸੀ ਉੱਥੇ ਸਾਰਾ ਕੰਮਕਾਰ ਜਿਹੜਾ ਜਿੰਨਾ ਵੀ ਉਹਨਾਂ ਦੀ ਸਰਕਾਰ ਦਾ ਪ੍ਰਬੰਧ ਜਿਹੜਾ ਰਾਜ ਪ੍ਰਬੰਧ ਜਿਹੜਾ ਸੀ ਉਹ ਚੱਲਦਾ। ਹੁਣ ਸਾਡੇ ਜਦੋਂ ਤੋਂ ਉਹਨਾਂ ਨੇ ਗੱਦੀ ਸੰਭਾਲੀ ਜਾਂ ਇਹ ਸਮਝ ਲਓ ਕਿ ਉਹਨਾਂ ਨੇ ਤਾਜ ਦੀ ਜਿਹੜੀ ਜ਼ਿੰਮੇਵਾਰੀ ਸੰਭਾਲੀ ਤੇ ਉਸ ਤੋਂ ਬਾਅਦ ਤੁਸੀਂ ਖੁਦ ਕੀਤਾ ਕਿ ਕੌਮਾਂਤਰੀ ਪੱਧਰ ਤੇ ਜਿਹੜੀਆਂ ਵੱਡੀਆਂ ਘਟਨਾਵਾਂ ਸੀ, ਕਿਉਂਕਿ 1948 ਦੇ ਬਾਅਦ ਸੈਕੰਡ ਵਰਲਡ ਵਾਰ ਜਦੋਂ ਖਤਮ ਹੁੰਦੀ ਹੈ ਤੇ ਉਸ ਤੋਂ ਥੋੜਾ ਚਿਰ ਬਾਅਦ ਹੀ ਜਿਹੜੀ ਹੈ 1952 ਦੇ ਵਿੱਚ ਉਹਨਾਂ ਦੀ ਤਾਜਪੋਸ਼ੀ ਹੁੰਦੀ ਹੈ। ਤੇ ਉਦੋਂ ਹਾਲਾਤ ਇਦਾਂ ਦੇ ਸੀਗੇ ਕਿਉਂਕਿ ਇੱਕ ਤਾਂ ਜਰਮਨੀ ਵਰਗੇ ਦੇਸ਼ਾਂ ਦੇ ਨਾਲ ਜਿਹੜਾ ਸੀ ਵੱਡਾ ਲੋਹਾ ਲੈਣਾ ਪਿਆ ਦੂਜੀ ਸੰਸਾਰ ਜੰਗ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਜਿਹੜਾ ਸੀ ਇਹ ਜ਼ਿੰਮੇਵਾਰੀ ਆਈ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਭੂਮਿਕਾ ਨਿਭਾਈ ਆਪਣੀ ਪੂਰੀ ਦੁਨੀਆ ਨੂੰ ਜਿਹੜਾ ਹੈ ਦੁਨੀਆ ਦੇ ਵਿੱਚ ਇੱਕ ਅਮਨ ਸ਼ਾਂਤੀ ਵਾਸਤੇ ਜਿਹੜਾ ਵੱਡਾ ਮੈਂ ਸਮਝਦਾ ਕਿ ਯੋਗਦਾਨ ਪਾਇਆ, ਉਹਨੂੰ ਵੀ ਯਾਦ ਕੀਤਾ ਜਾਣਾ ਚਾਹੀਦਾ ਹੌਲੀ ਹੌਲੀ ਕਿਉਂਕਿ ਹਰੇਕ ਦੇਸ਼ ਦੀ ਹਰੇਕ ਜਿੱਦਾਂ ਪਰਸਨੈਲਿਟੀ ਦੀ ਇੱਕ ਆਪਣੀ ਸੁਭਾਅ ਹੁੰਦਾ ਹੈ ਜਾਂ ਇੱਕ ਆਪਣੀ ਪਰਸਨੈਲਿਟੀ ਹੁੰਦੀ ਹੈ ਜਾਂ ਨੇਚਰ ਹੁੰਦੀ ਹੈ ਤੇ ਉਹਦੇ ਮੁਤਾਬਕ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਕਿਸੇ ਜਿਹੜੀ ਜਿੱਦਾਂ ਪਹਿਲਾਂ ਹਥਿਆਰਾਂ ਦੀ ਲੜਾਈ ਸੀ ਜਾਂ ਹੋਰ ਹੈ ਉਹ ਤੋਂ ਜਿਹੜਾ ਹੈ ਬਚਿਆ ਜਾਣਾ ਚਾਹੀਦਾ। ਤੁਸੀਂ ਖੁਦ ਕਹੇ ਕਿ ਜਿਹੜੀ ਠੰਡੀ ਜੰਗ ਕੋਲਡ ਵਾਰ ਜਿਹੜੀ ਦੋ ਇੱਕ ਪਾਸੇ ਨਾਟੋ ਤੇ ਦੂਜੇ ਪਾਸੇ ਦੂਜਾ ਜਿਹੜਾ USSR ਸੋਵੀਅਤ ਯੂਨੀਅਨ ਦਾ ਜਿਹੜਾ ਇੱਕ ਉਸ ਤੋਂ ਬਾਅਦ ਠੰਡੀ ਜੰਗ ਦੇ ਰੂਪ ਦੇ ਵਿੱਚ ਸ਼ੁਰੂ ਹੋ ਗਿਆ, ਆਪਣੇ ਆਪਣੇ ਹਥਿਆਰ ਵੇਚਣੇ ਸ਼ੁਰੂ ਕੀਤੇ ਤੇ ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਸੀ ਸਾਰਥਕ ਜਿਹੜੀ ਹੈ ਉਹ ਭੂਮਿਕਾ ਰਹੀ। ਕਦੇ ਉਹਨਾਂ ਨੂੰ ਅਮਰੀਕਾ ਦਾ ਪੱਖ ਲੈਣਾ ਪਿਆ, ਕਦੇ ਰਸ਼ੀਆ ਦਾ ਪੱਖ ਲੈਣਾ ਪਿਆ, ਕਦੇ ਜਿਹੜਾ ਸੀ ਦੁਬਾਰਾ ਫਿਰ ਦੇਖੋ ਜਦੋਂ ਇਸ ਸਾਰੇ ਸਮੇਂ ਦੇ ਦੌਰਾਨ ਜਰਮਨੀ ਪਹਿਲਾਂ ਦੋ ਬਣਦੀਆਂ ਨੇ, ਫਿਰ ਜਰਮਨੀ ਇਕੱਠੀ ਹੁੰਦੀ ਹੈ ਤੇ ਫਿਰ ਉਹ ਸਾਰਾ ਜਿਹੜਾ ਹੈ ਉਹਨਾਂ ਨੇ ਆਪਣੇ ਅੱਖੀ ਦੇਖਿਆ। ਸਾਡੇ ਜਿਹੜਾ ਜਿੰਨਾ ਕਿਉਂਕਿ ਮੈਂ ਆਪਣੇ ਗਿਆਨ ਦੇ ਮੁਤਾਬਕ ਉਹ 2 ਵਾਰ ਜਿਹੜੇ ਹੈ ਹੋ ਸਕਦਾ ਪਹਿਲਾਂ ਵੀ ਭਾਰਤ ਦੇ ਦੌਰੇ ਤੇ ਆਏ ਹੋਣ ਤੇ ਜਿਹੜਾ ਸਾਡੇ ਰਿਕਾਰਡ ਤੇ ਹੈ ਤੇ ਬਾਕੀ ਇਹ ਵੀ ਜਦੋਂ ਅਸੀਂ ਪੱਤਰਕਾਰੀ ਦੇ ਵਿੱਚ ਆਏ ਆ ਉਹ ਜਿਹੜਾ ਹੈਗਾ ਉਹਨਾਂ ਦਾ 1917 ਦਾ ਜਿਹੜਾ ਯਾਦਗਾਰੀ ਦੌਰਾ ਤੇ ਉਹ ਸਾਨੂੰ ਯਾਦ ਰਹੇਗਾ ਤੇ ਜਿਸ ਦੇ ਦੌਰਾਨ ਉਹ ਦਰਬਾਰ ਸਾਹਿਬ ਆਏ, ਜਲਿਆਂਵਾਲਾ ਬਾਗ ਆਏ 14 ਅਕਤੂਬਰ 1997 ਨੂੰ ਉਹ ਦਰਬਾਰ ਸਾਹਿਬ ਫੇਰੀ ਤੇ। ਹਾਂਜੀ ਤੇ 1997 ਵਾਲਾ ਦੌਰਾ ਇਸ ਕਰਕੇ ਯਾਦਗਾਰੀ ਹੈ ਕਿ ਉਹਨਾਂ ਨੇ ਪਹਿਲੀ ਵਾਰ ਜਿਹੜਾ ਸੀ ਬਰਤਾਨੀਆ ਦਾ ਕੋਈ ਬਾਦਸ਼ਾਹ ਜਾਂ ਕਰਾਊਨ ਕਹਿ ਲਓ ਜਾਂ ਹੋਰ ਹੈ, ਉਹਨਾਂ ਨੇ ਜਲਿਆਂਵਾਲੇ ਬਾਗ ਜਾ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਤੇ, ਜਿਹਨੂੰ ਆਪਾਂ ਪੁਸ਼ਪਾਂਜਲੀ ਕਹਿੰਦੇ ਆ ਜਾਂ ਪੁਸ਼ਪ ਚੱਕਰ ਕਹਿੰਦੇ ਆ ਜਾਂ ਰੀਤ ਜਿਹਨੂੰ ਆਪਾਂ ਕਹਿੰਦੇ ਆ, ਉਹ ਉੱਥੇ ਜਾ ਕੇ ਭੇਂਟ ਕੀਤੀ ਤੇ ਉਹਨਾਂ ਨੇ ਇਸ ਗੱਲ ਤੇ ਜਿਹੜੀ ਸੀ ਉਹ ਇੱਕ ਜਿਹਨੂੰ ਇੱਕ ਫਾਰਮਲ ਆਪਾਂ ਅਪੋਲੋਜੀ ਕਹਿੰਦੇ ਆ ਨਾ ਵੀ ਇਹ ਮਾੜਾ ਹੋਇਆ ਇਦਾਂ ਦਾ ਗੱਲ ਕਰਨੀ, ਉਹਨਾਂ ਨੇ ਇਹ ਗੱਲ ਵੀ ਕੀਤੀ। ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਦੇ ਦੌਰਾਨ ਕਿਤੇ ਨਾ ਕਿਤੇ ਕੁਛ ਇਦਾਂ ਦੀਆਂ ਫੋਰਸਸ ਜਿਹੜੀਆਂ ਸੀ ਉਹਨਾਂ ਨੇ ਵਿਰੋਧ ਵੀ ਕੀਤਾ ਕਿ ਕਿਉਂ ਆ ਰਹੇ ਨੇ ਇਹ ਤੇ ਅੰਮ੍ਰਿਤਸਰ ਦੀ ਧਰਤੀ ਤੇ ਕਿਉਂ ਆ ਰਹੇ ਨੇ ਤੇ ਪਰ ਕਿਉਂਕਿ ਉਸ ਵੇਲੇ ਤੱਕ ਪਹਿਲੀ ਗੱਲ ਤਾਂ ਇਹ ਵੀ ਥੋੜਾ ਜਿਹਾ ਮੈਂ ਦੱਸ ਦਿਆਂ ਕਿ ਜਿਹੜਾ ਖਾਸ ਕਰਕੇ ਸਿੱਖਾਂ ਦੇ ਨਾਲ ਜਿਹੜਾ ਬਰਤਾਨੀਆ ਦਾ ਜਿਹੜਾ ਰਿਸ਼ਤਾ ਰਿਹਾ ਉਹ ਬੜਾ ਹੋਰ ਕਿਸਮ ਦਾ ਜੀ। ਬਰਤਾਨੀਆ ਦੇ ਨਾਲ ਸਿੱਖਾਂ ਦਾ ਜਿਹੜਾ ਇੱਕ ਜਿਹੜਾ ਆਪਾਂ ਕਹਿੰਦੇ ਕਿ ਜਿਹੜਾ ਕਨਫਲਿਕਟ ਵਾਲਾ ਤਿੱਖਾ ਰਿਸ਼ਤਾ ਹੈ ਉਹ ਦਲੀਪ ਸਿੰਘ ਹੋਰਾਂ ਨੂੰ ਉੱਥੇ ਲਿਜਾਣ, ਉਹਨਾਂ ਨੂੰ ਈਸਾਈ ਬਣਾਉਣ ਦੁਬਾਰਾ ਜਿਹੜਾ ਉਹਨਾਂ ਦਾ ਇੱਕ ਸਫ਼ਰ ਹੈ ਤੇ ਜੋ ਉਹਦੇ ਚ ਬਕਿੰਗਮ ਪੈਲਸ ਦਾ ਜੋ ਰੋਲ ਹੈ ਤੇ ਸਾਰਾ ਦੁਬਾਰਾ ਸਿੱਖ ਬਣਨ ਤੇ ਸਾਰੀ ਜਿਹੜੀ ਗੱਲਬਾਤ ਹੈ ਸਾਡਾ ਇੱਕ ਤਰ੍ਹਾਂ ਦਾ ਮੈਂ ਸਮਝਦਾ ਕਿ ਉਹ ਬੜਾ ਕੁੜੱਤਣ ਭਰਿਆ ਜਿਹੜਾ ਹੈਗਾ ਇੱਕ ਤਜਰਬਾ ਹੈ। ਦੂਜੇ ਪਾਸੇ ਜਦੋਂ ਉਹਨਾਂ ਨੇ ਜਦੋਂ ਇੱਥੇ ਆਪਣੀ ਆਰਮੀ ਸ਼ੁਰੂ ਕੀਤੀ ਬਣਾਈ, ਸਭ ਤੋਂ ਵੱਧ ਤਰਜੀਹ ਜਿਹੜੇ ਉਹਨਾਂ ਨੇ ਸਿੱਖਾਂ ਨੂੰ ਪੰਜਾਬ ਨੂੰ ਦਿੱਤੀ, ਬਕਾਇਦਾ ਉਹਨਾਂ ਨੇ ਰੈਜੀਮੈਂਟਸ ਬਣਾਈਆਂ ਤੇ ਉਹਨਾਂ ਨੂੰ ਸਭ ਤੋਂ ਵੱਧ ਜਿਹੜਾ ਹੈ ਉਹਨਾਂ ਨੂੰ ਦਲੇਰ ਐਲਾਨਿਆ ਤੇ ਅੱਜ ਵੀ ਜਿਹੜਾ ਜੇ ਤੁਸੀਂ ਇੰਡੀਆ ਗੇਟ ਜਾ ਕੇ ਦੇਖੋ ਜਿਹੜਾ ਬਰਤਾਨੀਆ ਦੇ ਸਮੇਂ ਤੇ ਬਣਿਆ ਹੋਇਆ ਉੱਥੋਂ ਸਭ ਤੋਂ ਵੱਧ ਜਿਹੜੇ ਸਿੱਖ ਫੌਜੀ ਜਵਾਨਾਂ ਦੇ ਉਹਨਾਂ ਤੇ ਨਾਂ ਨੇ ਜਿਹੜੇ ਸੰਸਾਰ ਜੰਗਾਂ ਦੇ ਵਿੱਚ ਜਿਹੜੇ ਬੰਦੇ ਲੜੇ ਤੇ ਮੈਂ ਸਮਝਦਾ ਕਿ ਇਸ ਕਿਸਮ ਦਾ ਇੱਕ ਜਿਹੜਾ ਜਿਹਨੂੰ ਆਪਾਂ ਕਹਿੰਦੇ ਲਵ ਐਂਡ ਹੇਟ ਵਾਲਾ ਰਿਸ਼ਤਾ ਹੁੰਦਾ ਇੱਕ ਇਸ ਕਿਸਮ ਦਾ ਜਿਹੜਾ ਹੈਗਾ ਰਿਸ਼ਤਾ ਰਿਹਾ ਤੇ ਫਿਰ ਉਹ ਉਹਨਾਂ ਦੀ ਇੱਛਾ ਸੀ ਦਰਬਾਰ ਸਾਹਿਬ ਨਤਮਸਤਕ ਹੋਣ ਦੀ ਤੇ ਉਹ ਦਰਬਾਰ ਸਾਹਿਬ ਸਿਕਿਉਰਿਟੀ ਦੇ ਮਸਲੇ ਨੂੰ ਲੈ ਕੇ ਵੀ ਬੜਾ ਉਹਨਾਂ ਨੂੰ ਰੋਕਿਆ ਵੀ ਗਿਆ ਸੀ ਵੀ ਤੁਸੀਂ ਨਹੀਂ, ਉਹ ਕਈ ਵਾਰ ਇਹ ਗੱਲਾਂ ਆਈਆਂ ਵੀ ਆਉਣਾ ਹੈ ਕਿ ਨਹੀਂ ਆਉਣਾ ਤੇ ਉਹ ਇਹ ਵੀ ਸਬੱਬ ਨਾਲ ਉਦੋਂ ਜਿਹੜਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਦੋਂ ਭਾਈ ਰਣਜੀਤ ਸਿੰਘ ਸੀਗੇ ਤੇ ਉਹਨਾਂ ਦੀ ਵੀ ਬੜੀ ਇਹਦੇ ਚ ਅਹਿਮ ਭੂਮਿਕਾ ਰਹੀ ਕਿ ਜਿਹੜਾ ਹੈ ਉਹਨਾਂ ਨੂੰ ਦਰਬਾਰ ਸਾਹਿਬ ਆਉਣਾ ਚਾਹੀਦਾ ਤੇ ਫਿਰ ਦਰਬਾਰ ਸਾਹਿਬ ਉਹਨਾਂ ਦਾ ਹਰ ਤਰ੍ਹਾਂ ਦਾ ਦਿੱਤਾ, ਉਹਨਾਂ ਦਾ ਸਵਾਗਤ ਕਿਸ ਤਰ੍ਹਾਂ ਹੋਵੇ, ਸਿੱਖ ਮਰਿਆਦਾ ਵੀ ਜਿਹਦੇ ਚ ਜਿਹੜੀ ਦਰਬਾਰ ਸਾਹਿਬ ਦੀ ਮਰਿਆਦਾ ਉਹ ਵੀ ਰਹੇ ਤੇ ਜਿਹੜਾ ਆਉਣ ਵਾਲਾ ਮਹਿਮਾਨ ਉਹਨੂੰ ਵੀ ਲੱਗੇਗੀ ਕਿ ਮੇਰੀ ਇੱਥੇ ਬਕਾਇਦਾ ਆਓ ਭਗਤ ਜਿਹੜੀ ਹੈ ਹੋਈ ਹੈ
ਤੇ ਜਿਵੇਂ ਕਿਉਂਕਿ ਉਹ ਹੈਟ ਆਲਰੇਡੀ ਉਹ ਪਹਿਲਾਂ ਹੀ ਪਾਉਂਦੇ ਸਿਰ ਢੱਕ ਕੇ ਰੱਖਦੇ ਸੀ, ਉੱਥੇ ਕੋਈ ਮਸਲਾ ਨਹੀਂ ਸੀ। ਫਿਰ ਮਸਲਾ ਸੀ ਕਿ ਉਹ ਗਲਵਜ਼ ਉਹ ਪਾਉਣ ਜਾਂ ਨਾ ਪਾਉਣ, ਤੇ ਵਾਈਟ ਗਲਵਜ਼ ਪਾਉਣ ਜਾਂ ਨਾ ਪਾਉਣ। ਫਿਰ ਇਸ ਤਰ੍ਹਾਂ ਦਾ ਇਸ ਮਸਲੇ ਤੇ ਗੱਲ ਜਿਹੜੀ ਹੁੰਦੀ ਰਹੀ। ਠੀਕ ਹੈ, ਕਿਤੇ ਨਾ ਕਿਤੇ ਜਿਹੜੀ ਹੈਗੀ ਨੁਕਤਾਚੀਨੀ ਵੀ ਹੁੰਦੀ ਰਹੀ। ਮੈਂ ਕਹਿੰਦਾ ਪਰ ਉਹਨਾਂ ਦਾ ਜਿਹੜਾ ਉਹ ਦੌਰਾ ਸੀ ਦਲੇਰੀ ਨਾਲ ਆਏ, ਉਹ ਵੀ ਨਹੀਂ ਦਲੇਰੀ ਨਾਲ ਆਇਆ। ਜਿਹੜਾ ਉਹਨਾਂ ਦਾ ਦੌਰਾ ਸੀ ਉਹ ਇੱਕ ਬੜਾ ਹੀ ਚੰਗਾ ਜਿਹੜਾ ਸੀ, ਮੈਂ ਕਹਿੰਦਾ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਇਤਿਹਾਸਕ ਜਿਹੜੀ ਉਹ ਘਟਨਾ। ਹਾਲਾਂਕਿ ਦਰਬਾਰ ਸਾਹਿਬ ਆਉਣਾ ਹੀ ਕਿਉਂਕਿ ਉਹਨਾਂ ਦੀ ਇੱਛਾ ਸੀ, ਕਿਉਂਕਿ ਜਿਹੜਾ ਸਿੱਖ ਡਾਇਸਪੋਰਾ ਬਰਤਾਨੀਆ ਦਾ ਉਹ ਉੱਥੇ ਸਾਰਿਆਂ ਨੂੰ ਪਤਾ ਹੈ, ਅੰਗਰੇਜ਼ਾਂ ਨੂੰ ਵੀ ਪਤਾ ਹੈ, ਹੋਰ ਕੌਮਾਂ ਨੂੰ ਵੀ ਪਤਾ ਹੈ ਵੀ ਜਿਹੜਾ ਦਰਬਾਰ ਸਾਹਿਬ ਹੈ ਸਿੱਖਾਂ ਲਈ ਉਹ ਇੱਕ ਲਾਈਟ ਹੈ, ਇੱਕ ਰੋਸ਼ਨੀ ਦਾ ਸਿੰਬਲ ਹੈ। ਤੇ ਉੱਥੋਂ ਜਿਹੜੀ ਹੈ ਸਾਰੀ ਲਾਈਟ ਜਿਹੜੀ ਹੈ ਮਿਲਦੀ ਹੈ। ਤੇ ਉਹ ਕਿਉਂਕਿ ਇੱਕ ਸਾਡੇ ਲਈ ਇੱਕ ਵੱਡੀ ਥਾਂ ਹੈ, ਜਿੱਦਾਂ ਜਿਹੜਾ ਵੈਟੀਕਨ ਹੈ ਇਟਲੀ ਦੇ ਵਿੱਚ, ਉਹ ਈਸਾਈਆਂ ਲਈ ਵੱਡੀ ਥਾਂ ਹੈ, ਤੇ ਉਹਨੂੰ ਵੈਟੀਕਨ ਦੇ ਬਰਾਬਰ ਮੰਨਦੇ ਆ। ਹਾਂਜੀ, ਤੇ ਉਹ ਫਿਰ ਇਸ ਤਰੀਕੇ ਦੇ ਨਾਲ ਜਿਹੜਾ ਇੱਥੇ ਉਹ ਆਏ ਤੇ ਇੱਥੇ ਆਓ ਭਗਤ ਹੋਈ ਜਾਂ ਹੋਰ ਆ, ਉਹ ਇਸ ਤੋਂ ਬੜੇ ਖੁਸ਼ ਹੋਏ ਜਾਂ ਹੋਰ ਹੈ। ਤੇ ਨਾਲ ਉਹਨਾਂ ਦਾ ਇੱਕ ਜਿਹੜਾ ਪੋਲੀਟੀਕਲ ਇਹ ਸੀ ਵੀ ਜਿਹੜਾ ਬਰਤਾਨੀਆ ਦੇ ਵਿੱਚ ਜਿਹੜਾ ਹੁਣ ਸਿੱਖ ਰਹਿ ਰਿਹਾ, ਭਾਵੇਂ ਉਹ ਬਿਜ਼ਨਸ ਦੇ ਵਿੱਚ ਆ, ਭਾਵੇਂ ਖੇਤੀ ਦੇ ਵਿੱਚ ਹੈ ਜਾਂ ਹੋਰ ਹੈ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉੱਥੋਂ ਦੀ ਇਕਨੋਮੀ ਦੇ ਵਿੱਚ। ਤੇ ਇਹ ਉਹਨਾਂ ਨੇ ਇਸ ਗੱਲ ਨੂੰ ਤਸਲੀਮ ਵੀ ਕੀਤਾ। ਤੇ ਜਦੋਂ ਇਹ ਸਾਰੀ ਜਿਹੜੀ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਸਬੰਧ ਹੋਰ ਸੁਖਾਵੇਂ ਜਿਹੜੀ ਬਣਨ ਦੀ ਗੱਲ ਉਸ ਵੱਲ ਨੂੰ ਤੁਰੀ ਜਿਹੜੀ ਸੀ। ਕਿਸੇ ਵੇਲੇ ਇਹ ਲੱਗਦਾ ਸੀ ਕਿ ਬਿਟਰਨੈਸ ਹੁੰਦੀ ਸੀ ਜੇ ਹੋਰ ਹੈ। ਤੇ ਜੇ ਮੈਂ ਹੁਣ ਇਹ ਅਗਲੀ ਗੱਲ ਕਰਾਂ ਕਿ ਜਿਹੜੀ ਨਸਲੀ ਹਿੰਸਾ ਦੀ ਜਿਹੜੀ ਗੱਲ ਹੈ, ਤੇ ਜੇ ਅਮਰੀਕਾ ਕੈਨੇਡਾ ਦੇ ਵਿੱਚ ਤੁਹਾਨੂੰ ਇੱਦਾਂ ਦੀਆਂ ਜਿਹੜੀਆਂ ਸੀ ਉਹ ਮਿਲ ਜਾਂਦੀਆਂ, ਤੇ ਸਭ ਤੋਂ ਘੱਟ ਜਿਹੜਾ ਹੈ ਉਹ ਇੰਗਲੈਂਡ ਦੇ ਵਿੱਚ ਜਿਹੜੀ ਹੈ ਇਹ ਇੱਦਾਂ ਦੀ ਜਿਹੜੀ ਗੱਲ ਤੁਹਾਨੂੰ ਕਿਤੇ ਸਾਹਮਣੇ ਜਾਂ ਦੇਖਣ ਦੀ ਇੱਦਾਂ ਦੀ ਘਟਨਾ ਦੀ ਆਉਂਦੀ ਹੈ। ਕਿਉਂਕਿ ਉੱਥੇ ਇਹ ਜਦੋਂ ਸਾਰਾ ਤੁਸੀਂ, ਕਿਉਂਕਿ ਜਦੋਂ ਇੱਦਾਂ ਤੁਸੀਂ ਧਾਰਮਿਕ ਤੌਰ ਤੇ ਜਦੋਂ ਕਿਸੇ ਦੇ ਨੇੜੇ ਹੁੰਦੇ ਹੋ ਜਾਂ ਕਿਸੇ ਨੂੰ ਸਮਝਦੇ ਹੋ, ਵੱਡੀ ਸਭ ਤੋਂ ਗੱਲ ਇਹ ਹੈ ਵੀ ਸਮਝਣ ਦਾ ਮਸਲਾ ਹੁੰਦਾ ਇੱਕ ਦੂਜੇ ਦੀ ਸ਼ਖਸੀਅਤ ਨੂੰ। ਤੇ ਉਹ ਧਾਰਮਿਕ, ਕਿਉਂਕਿ ਧਰਮ ਦਾ ਸਾਡੇ ਕਲਚਰ 'ਚ ਸਾਡੀ ਪਰਸਨੈਲਿਟੀ 'ਚ ਬਹੁਤ ਵੱਡਾ ਰੋਲ ਹੈ, ਭਾਵੇਂ ਕਿਸੇ ਵੀ ਬੰਦਾ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ। ਸੋ ਮੈਂ ਸਮਝਦਾ ਕਿ ਉਹਨਾਂ ਦਾ ਦੌਰਾ ਬੜਾ ਉਹ ਜਿਹੜਾ ਸੀਗਾ ਇਤਿਹਾਸਕ ਸੀ। ਉਸ ਤੋਂ ਪਹਿਲਾਂ 1983 ਦੇ ਵਿੱਚ ਜਦੋਂ ਆਏ, ਕਿਉਂਕਿ ਉਦੋਂ ਖੈਰ ਅਸੀਂ ਤਾਂ ਜਰਨਲਿਜ਼ਮ ਦੇ ਵਿੱਚ ਵੀ ਨਹੀਂ ਸੀ ਤੇ ਸਾਨੂੰ ਉਦੋਂ ਇੰਨਾ ਬਹੁਤਾ ਗਿਆਨ ਵੀ ਨਹੀਂ ਸੀ। ਤੇ ਉਦੋਂ ਇੰਦਰਾ ਗਾਂਧੀ ਹੋਰਾਂ ਨਾਲ ਉਹਨਾਂ ਦੀ ਜਿਹੜੀ ਮੁਲਾਕਾਤ ਹੁੰਦੀ ਹੈ ਤੇ ਇਹ ਸਾਰੀਆਂ ਗੱਲਾਂ ਹੁੰਦੀਆਂ। ਤੇ ਜਿਹੜੀ ਇਹਦੇ 'ਚ ਮੈਂ ਹੋਰ ਜਿਹੜੀ ਗੱਲ ਕਰਨੀ ਚਾਹਾਂਗਾ, ਕਿਉਂਕਿ ਬਾਅਦ ਦੇ ਵਿੱਚ ਵੀ ਪੱਤਰਕਾਰਾਂ ਦੇ ਵਿੱਚ ਜਾਂ ਹੋਰ ਜਿਹੜੇ ਸੀ ਕਈ ਅਖਬਾਰਾਂ ਦੇ ਵਿੱਚ ਸੰਪਾਦਕ ਦੀ ਨੋਟ ਜਾਂ ਹੋਰ ਇਹ ਵੀ ਆਉਂਦੇ ਰਹੇ, ਕਿਤੇ ਨਾ ਕਿਤੇ ਰੈਫਰੈਂਸ ਆਉਂਦੇ ਰਹੇ ਕਿ 1984 ਦੇ ਵਿੱਚ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਜੀ, ਤੇ ਵੀ ਉਹਦਾ ਵੀ ਜਿਹੜੀ ਹੈ ਪ੍ਰਧਾਨ ਮੰਤਰੀ ਨੇ ਜਿਹੜਾ ਹੈ ਉਹਨਾਂ ਨਾਲ ਡਿਸਕਸ ਗੱਲ ਇਹ ਕੀਤੀ ਸੀ। ਤੇ ਪਰ ਇਹ ਵੀ ਕਿਤੇ ਗੱਲ ਇਹ ਰਿਕਾਰਡ ਤੇ ਜਿਹੜੀ ਹੈ ਉਸ ਤਰੀਕੇ ਦੇ ਨਾਲ ਨਹੀਂ ਹੈ। ਤੇ ਇਹ ਹੁਣ ਇਹਦੇ ਚ ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ, ਜਾਂ ਕਿੰਨੀ ਕੁ ਇਸ ਗੱਲ ਦੇ ਅੱਗੇ ਆਪਾਂ ਇਹਨੂੰ ਉਹ ਕਰ ਸਕਦੇ ਹਾਂ। ਕਿਉਂਕਿ ਜਦੋਂ ਵੀ ਇੱਥੇ ਜਿਹੜੇ ਹੈਗੇ ਇੰਗਲੈਂਡ ਦੇ ਜਦੋਂ ਪ੍ਰਧਾਨ ਮੰਤਰੀ ਇੱਕ ਪੋਲੀਟੀਕਲ ਲੀਡਰ ਹੈ, ਚੁਣੇ ਹੋਏ ਲੀਡਰ ਹੈ, ਤੇ ਉਦੋਂ ਵੀ ਇਹ ਗੱਲ ਕਈ ਵਾਰੀ ਇਹ ਗੱਲ ਸਾਹਮਣੇ ਉੱਠਦੀ ਹੈ ਤੇ ਵੀ ਤੁਹਾਡਾ ਕਿਸ ਕਿਸਮ ਦੀ ਤੁਹਾਡੀ ਜਿਹੜੀ ਹੈ ਉਹ ਭੂਮਿਕਾ ਰਹੀ ਹੈ, ਜਾਂ ਤੁਸੀਂ ਰੋਕਿਆ ਕਿਉਂ ਨਹੀਂ ਇੱਕ ਇੰਟਰਨੈਸ਼ਨਲ ਇੱਕ ਵੱਡੀ ਫੋਰਸ ਹੋਣ ਦੇ ਨਾਤੇ। ਤੁਸੀਂ ਜਿਹੜੇ ਕਾਮਨਵੈਲਥ ਕੰਟਰੀਜ਼ ਹੈ ਜਿਹਦੇ 'ਚ ਭਾਰਤ ਵੀ ਸ਼ਾਮਲ ਹੈ, ਤੇ ਕਾਮਨਵੈਲਥ ਕੰਟਰੀਜ਼ ਦਾ ਜਿਹੜਾ ਹੈਗਾ ਉਹ ਸਾਰਾ ਹੀ ਜਿਹੜਾ ਹਿਸਾਬ ਕਿਤਾਬ ਉਹ ਕੁਈਨ ਦੇ ਜਿਹੜਾ ਹੈ ਨਾਂ ਤੇ ਜਾਂ ਉਦੋਂ ਹੁੰਦਾ, ਭਾਵੇਂ ਖੇਡਾਂ ਹੋਣ ਭਾਵੇਂ ਕੁਛ ਵੀ ਹੋਵੇ। ਤੇ ਉਹ ਫਿਰ ਗੱਲ ਜੇ ਇਹਦੇ ਤੇ ਜਿਹੜਾ ਹੈ ਕਿਸੇ ਇੱਕ ਆਪਾਂ ਕਹਿ ਲਈਏ ਕਿ ਇੱਕ ਸਿੱਟੇ ਤੇ ਜਾਂ ਹੋਰ ਇੱਕ ਕਿਤੇ ਗੱਲ ਤੇ ਇਹਦੇ ਲਈ ਕੋਈ ਇੰਨਾ ਵੱਡਾ ਕੋਈ ਸੋਲਿਡ ਕੋਈ ਜਿਹੜਾ ਹੈ ਪ੍ਰੂਫ ਜਿਹੜਾ ਹੈ ਉਹ ਨਹੀਂ ਹੈ। ਹੁਣ ਜਦੋਂ ਇੱਕ ਜਿਹੜੀ ਮੈਂ ਗੱਲ ਸਾਫ਼ ਕਰਦਾ ਕਿ ਜਦੋਂ ਸਮੱਸਿਆ ਹੁੰਦੀ ਹੈ ਨਾ, ਜਦੋਂ ਕੋਈ ਕੌਮਾਂਤਰੀ ਪੱਧਰ ਦਾ ਕੋਈ ਆਗੂ ਦਰਬਾਰ ਸਾਹਿਬ ਆਉਂਦਾ ਜਾਂ ਹੋਰ ਹੈ, ਕਈ ਵਾਰੀ ਜਿਹੜੀ ਇੰਡੀਅਨ ਸਟੇਟ ਨੂੰ ਕਈ ਵਾਰੀ ਤਕਲੀਫ ਇਸ ਕਰਕੇ ਹੁੰਦੀ ਹੈ ਵੀ ਜਿਹੜੀ ਇਹ ਗੱਲ ਸਾਡੇ ਨਾਲੋਂ ਕਿਤੇ ਅਲੱਗ ਹੋ ਰਹੀ ਹੈ। ਤੇ ਇਸ ਕਰਕੇ ਵੀ ਜਿਹੜੀਆਂ ਇਦਾਂ ਦੀਆਂ ਗੱਲਾਂ ਵਿੱਚੋਂ ਵਿੱਚ ਜਿਹੜੀਆਂ ਹੈ ਉਹਨਾਂ ਨੂੰ ਧੁਖਦਾ ਰੱਖਣਾ ਉਹਨਾਂ ਨੂੰ ਸੂਟ ਕਰਦਾ, ਉਹਨਾਂ ਨੂੰ ਮਤਲਬ ਕਿ ਗੱਲ ਮਤਲਬ ਕਿ ਉਹ ਕਰਦੀ ਹੈ ਤੇ ਸੂਤ ਬੈਠਦੀ ਹੈ ਉਹਨਾਂ ਦੇ ਕਿ ਆਹ ਗੱਲ ਜਿਹੜੀ ਹੈ ਨਾਲ ਚਲਾਈ। ਕਿਹਾ ਜਾਂਦਾ ਕਿ ਜਦੋਂ ਦਰਬਾਰ ਸਾਹਿਬ ਆਏ ਤਾਂ ਗੋਲੀਆਂ ਦੇ ਜਿਹੜੇ ਉਸ ਟਾਈਮ ਨਿਸ਼ਾਨ ਸੰਭਾਲ ਕੇ ਰੱਖੇ ਸੀ ਉਹ ਵੀ ਦਿਖਾਏ ਗਏ ਉਹਨਾਂ ਨੂੰ ਜੀ। ਨਹੀਂ ਦੇਖੋ, ਦਰਬਾਰ ਸਾਹਿਬ ਦੇ ਵਿੱਚ ਤਾਂ ਗੋਲੀਆਂ ਦਾ ਕੋਈ ਨਿਸ਼ਾਨ ਇੰਟੈਕਟ ਨਹੀਂ। ਜਿਹੜਾ ਹੈ ਜਿਹੜੇ ਦੂਸਰੇ ਪਾਸੇ ਜਿਹੜੀਆਂ ਇਮਾਰਤਾਂ ਨੇ, ਤੇਜਾ ਸਿੰਘ ਸਮੁੰਦਰੀ ਹਾਲ ਹੈ, ਨਾਨਕ ਨਿਵਾਸ ਹੈ ਜਾਂ ਹੋਰ ਹੈ, ਤੇ ਉਹ ਜਿਹੜਾ ਸੀ ਉਹਨਾਂ ਨੂੰ ਜ਼ਰੂਰ ਜਿਹੜੇ ਹੈ ਉਹ ਦਿਖਾਏ ਗਏ। ਕਿਉਂਕਿ ਇੱਕ ਚਲੋ ਇਹ ਤਾਂ ਕਿਉਂਕਿ ਹੁਣ ਇੱਕ ਆਪਣੇ ਟੌਪਿਕ ਤੋਂ ਬਾਹਰ ਜਾ ਕੇ ਕਰਨ ਵਾਲੀ ਗੱਲ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਸਾਰੀ 2 ਵਾਰ ਹੋਈ ਤੇ ਉਹ